Dear student, in last lecture we derive an expression for drift velocity and relationship between current and drift velocity. Last lecture ਦੇ ਵਿੱਚ ਅਸੀਂ ਇੱਕ ਤੇ drift velocity ਦਾ relation derive ਕੀਤਾ and the second one is a relation between current and drift velocity. ਇਹ ਤੁਸੀਂ last lecture ਵਿੱਚ ਤੁਸੀਂ ਜਿਹੜਾ ਹੈ ਇਹਨੂੰ discuss ਕਰ ਚੁੱਕੇ ਹੋ. Now today we are going to discuss some important discussion on these two formulae. ਅੱਜ ਦੇ ਲੈਕਚਰ ਵਿੱਚ ਸਿਰਫ ਅਸੀਂ ਜਿਹੜਾ ਹੈ ਇਹਨਾਂ ਦੇ ਉੱਪਰ ਕੁਝ ਜਿਹੜੀ ਆ ਡਿਸਕਸ਼ਨ ਕਰਾਂਗੇ. ਕੁਝ ਕਨਸੈਪਚੁਅਲ ਜਿਹੜੇ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਜਿਹੜਾ ਡਿਸਕਸ ਕਰਨ ਜਾ ਰਹੇ ਹਾਂ. ਨਾਓ drift velocity is given by E over m into tau. Drift velocity ਦਾ ਫਾਰਮੂਲਾ ਹੈ E charge on electron electric field divided by mass into average relaxation time. ਇਸ ਫਾਰਮੂਲੇ ਤੋਂ ਸਾਨੂੰ ਕਲੀਅਰ ਹੋ ਰਿਹਾ ਹੈ ਕਿ ਡ੍ਰਿਫਟ ਵੈਲੋਸਿਟੀ ਜਿਹੜੀ ਹੈ ਇਲੈਕਟ੍ਰਿਕ ਫੀਲਡ ਦੇ ਡਾਇਰੈਕਟਲੀ ਆ ਰਹੀ ਹੈ. ਡ੍ਰਿਫਟ ਵੈਲੋਸਿਟੀ ਤੇ ਇਲੈਕਟ੍ਰਿਕ ਫੀਲਡ ਜਿਹੜਾ ਹੈ ਆਪਸ ਵਿੱਚ ਡਾਇਰੈਕਟਲੀ ਆ ਰਹੇ. ਪਰ ਜੇ ਅਸੀਂ ਸੋਚੀਏ ਜੇਕਰ ਕੰਡਕਟਰ ਦੇ ਉੱਤੇ ਅਸੀਂ ਪੋਟੈਂਸ਼ੀਅਲ ਡਿਫਰੈਂਸ ਲਗਾ ਦਈਏ, ਪੋਟੈਂਸ਼ੀਅਲ ਡਿਫਰੈਂਸ ਲਗਾਉਣ ਤੋਂ ਬਾਅਦ ਇਲੈਕਟ੍ਰਿਕ ਫੀਲਡ ਕ੍ਰੀਏਟ ਹੁੰਦਾ ਹੈ. ਇਸ ਕੰਡਕਟਰ ਦੀ ਜਿਹੜੀ ਲੈਂਥ ਹੈ ਸਪੋਜ਼ ਇਟ ਇਜ਼ L, ਲੈਂਥ L ਹੈ. ਅਸੀਂ ਇੱਕ ਫਾਰਮੂਲਾ ਪੜਿਆ ਸੀ ਕਿ E is equal to dV over dr. Electric field is the negative of potential gradient. Now negative sign ਤੇ ਮੈਂ ਨਹੀਂ ਲਿਖ ਰਿਹਾ ਡਾਇਰੈਕਸ਼ਨ ਵਾਸਤੇ. Now E is equal to dV by dr. ਇੱਥੇ potential difference ਕਿੰਨਾ ਆ ਗਿਆ ਸਾਡੇ ਕੋਲ V ਤੇ ਸਾਡੇ ਕੋਲ distance ਕਿੰਨਾ ਹੈ ਜਿੰਨੀ ਕੰਡਕਟਰ ਦੀ ਲੈਂਥ ਹੈ. ਇਹਦਾ ਮਤਲਬ ਜਦੋਂ ਵੀ ਵਾਇਰ ਦੇ ਉੱਤੇ ਅਸੀਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਦੇ ਹਾਂ ਨਾਲ ਹੀ ਉਦੋਂ ਇਲੈਕਟ੍ਰਿਕ ਫੀਲਡ ਜਿਹੜਾ ਹੈ ਪੂਰੀ ਵਾਇਰ ਦੇ ਅੰਦਰ ਕ੍ਰੀਏਟ ਹੋ ਜਾਂਦਾ ਹੈ ਵਿਦ ਦ ਸਪੀਡ ਆਫ ਲਾਈਟ. ਇੰਨੀ ਫਾਸਟ ਕ੍ਰੀਏਟ ਹੁੰਦਾ ਸਾਨੂੰ ਪਤਾ ਨਹੀਂ ਲੱਗੇਗਾ ਕਿ ਕਦੋਂ ਅੰਦਰ ਪੂਰੀ ਵਾਇਰ ਦੇ ਵਿੱਚ ਇੱਕ ਇਲੈਕਟ੍ਰਿਕ ਇੰਪਲਸ ਜਿਹੜੀ ਹੈ ਉਹ ਕ੍ਰੀਏਟ ਹੋ ਜਾਂਦੀ ਹੈ. ਇਟ ਇਜ਼ ਜਸਟ ਇਕੁਅਲ ਟੂ ਔਰ ਨੀਅਰਲੀ ਇਕੁਅਲ ਟੂ ਸਪੀਡ ਆਫ ਲਾਈਟ. ਨਾਓ ਫਸਟ ਪੁਆਇੰਟ ਕਲੀਅਰ ਕਿ ਜਦੋਂ ਪੋਟੈਂਸ਼ੀਅਲ ਡਿਫਰੈਂਸ ਲਗਾਉਂਦੇ ਆ ਇਹਦਾ ਮਤਲਬ ਵਾਇਰ ਦੇ ਅੰਦਰ ਇਲੈਕਟ੍ਰਿਕ ਫੀਲਡ ਕ੍ਰੀਏਟ ਹੋਇਆ ਤੇ ਜਦੋਂ ਇਲੈਕਟ੍ਰਿਕ ਫੀਲਡ ਕ੍ਰੀਏਟ ਹੋ ਗਿਆ ਤੇ ਅੰਦਰ ਇਲੈਕਟ੍ਰੋਨ ਹੈ, ਇਲੈਕਟ੍ਰੋਨ ਦੇ ਉੱਪਰ ਸਾਨੂੰ ਪਤਾ ਹੈ ਚਾਰਜ ਹੈ ਤੇ ਜਦੋਂ ਇਲੈਕਟ੍ਰਿਕ ਫੀਲਡ ਕ੍ਰੀਏਟ ਹੋਇਆ ਹੋਵੇ ਤੇ ਨਾਲ ਹੀ ਕੀ ਹੋਏਗਾ ਇਲੈਕਟ੍ਰੋਨ ਦੇ ਉੱਪਰ ਫੋਰਸ ਲੱਗੇਗੀ. ਨਾਓ ਫੋਰਸ ਦਾ ਜਿਹੜਾ ਫਾਰਮੂਲਾ ਹੈ ਸਾਨੂੰ ਪਤਾ ਹੈ ਕਿ F is equal to QE. ਜਦੋਂ ਇਲੈਕਟ੍ਰੋਨ ਦੇ ਉੱਤੇ ਇਲੈਕਟ੍ਰਿਕ ਫੀਲਡ ਐਕਟ ਕੀਤਾ ਨਾਲ ਹੀ ਫੋਰਸ ਕ੍ਰੀਏਟ ਹੋਈ. F is equal to QE and you can write it as EE. ਅਸੀਂ ਇਸ ਨੂੰ ਜਿਹੜਾ ਹੈ EE ਲਿਖ ਸਕਦੇ ਹਾਂ. ਚਾਰਜ ਔਨ ਇਲੈਕਟ੍ਰੋਨ ਜਿਹੜਾ ਹੈ ਸਾਡੇ ਕੋਲ EE ਆ ਗਿਆ. Now due to this force ਤੁਹਾਨੂੰ ਪਤਾ ਹੈ ਇਸ ਫੋਰਸ ਕਰਕੇ ਨਿਊਟਨ ਸੈਕੰਡ ਲਾਅ ਦੇ ਅਕੋਰਡਿੰਗ ਸਾਡੇ ਕੋਲ ਜਿਹੜੀ ਹੈ ਐਕਸਲਰੇਸ਼ਨ ਪੈਦਾ ਹੋਏਗੀ. Now EE equal to ਸਾਡੇ ਕੋਲ ਆ ਗਿਆ MA. ਇਹਦਾ ਮਤਲਬ ਕੀ ਹੋਇਆ ਕਿ ਜਦੋਂ ਇਲੈਕਟ੍ਰਿਕ ਫੀਲਡ ਇਲੈਕਟ੍ਰੋਨ ਤੇ ਲੱਗੇਗਾ ਉਹਦੇ ਉੱਪਰ ਫੋਰਸ ਐਕਟ ਹੋਏਗੀ. ਜੇ ਫੋਰਸ ਲੱਗੇਗੀ ਤੇ ਨਾਲ ਐਕਸਲਰੇਸ਼ਨ ਕ੍ਰੀਏਟ ਹੋਣੀ ਚਾਹੀਦੀ ਹੈ. ਪਰ ਇਸ ਫਾਰਮੂਲੇ ਨੂੰ ਜੇ ਅਸੀਂ ਧਿਆਨ ਨਾਲ ਦੇਖਦੇ ਹਾਂ ਤੇ ਇਲੈਕਟ੍ਰਿਕ ਫੀਲਡ ਲੱਗਾ. ਨਾਓ ਦਿਸ ਇਜ਼ ਅ ਫੋਰਸ EE. ਇਸ ਫੋਰਸ ਕਰਕੇ ਸਾਡੇ ਕੋਲ ਤੇ ਸਿਰਫ ਵੈਲੋਸਿਟੀ ਹੀ ਆ ਰਹੀ ਹੈ. ਇਲੈਕਟ੍ਰਿਕ ਫੀਲਡ ਲੱਗਾ ਹੈ ਬਟ ਵੀ ਗੈਟ ਓਨਲੀ ਡ੍ਰਿਫਟ ਵੈਲੋਸਿਟੀ. ਇਹਦਾ ਕਾਰਨ ਕੀ ਹੈ ਕਿ ਜਦੋਂ ਇਸ ਫੋਰਸ ਕਰਕੇ ਇਲੈਕਟ੍ਰੋਨ ਮੂਵ ਕਰਦਾ ਹੈ ਤੇ ਫਿਰ ਕੀ ਹੁੰਦਾ ਹੈ ਇਲੈਕਟ੍ਰੋਨ ਜਦੋਂ ਮੂਵ ਕਰਦਾ ਹੈ ਇਟ ਕੋਲਾਈਡ ਵਿਦ ਦਾ ਆਇਨਸ ਆਫ ਦਾ ਲੈਟਿਸ. ਤੇ ਜਿਹੜੀ ਉਹਨੇ ਇਹ ਵੈਲੋਸਿਟੀ ਗੇਨ ਕੀਤੀ ਹੁੰਦੀ ਹੈ ਇਹ ਲਾਸ ਹੋ ਜਾਂਦੀ ਹੈ. ਫਿਰ ਦੁਬਾਰਾ ਇਲੈਕਟ੍ਰੋਨ ਜਿਹੜਾ ਹੈ ਮੂਵ ਕਰਦਾ ਹੈ, ਫਿਰ ਦੁਬਾਰਾ ਕੋਲੀਜ਼ਨ ਹੁੰਦੀ ਹੈ, ਫਿਰ ਦੁਬਾਰਾ ਉਹ ਇਲੈਕਟ੍ਰੋਨ ਜਿਹੜਾ ਹੈ ਉਹਦੀ ਵੈਲੋਸਿਟੀ ਜਿਹੜੀ ਹੈ ਉਹ ਲਾਸ ਹੋ ਜਾਂਦੀ ਹੈ ਤੇ ਹੌਲੀ ਹੌਲੀ ਕਰਕੇ ਇਲੈਕਟ੍ਰੋਨ ਜਿਹੜਾ ਹੈ ਇੱਕ ਐਂਡ ਤੋਂ ਦੂਜੇ ਐਂਡ ਤੇ ਪਹੁੰਚ ਜਾਂਦਾ ਹੈ. ਇਸ ਪੂਰੀ ਪ੍ਰੋਸੈਸ ਦੇ ਦੌਰਾਨ ਜਿਹੜੀ ਐਵਰੇਜ ਐਕਸਲਰੇਸ਼ਨ ਹੈ ਇਲੈਕਟ੍ਰੋਨ ਦੀ
ਉਹ ਅਪਰੋਕਸੀਮੇਟਲੀ ਜਿਹੜੀ ਸਾਡੀ ਉਹ 0 ਆ ਜਾਂਦੀ ਹੈ। ਲੱਗਦਾ ਇਸ ਤਰ੍ਹਾਂ ਹੀ ਹੈ ਕਿ ਇੱਕ ਪਾਸੇ ਇਲੈਕਟ੍ਰਿਕ ਫੀਲਡ ਤੋਂ ਉਧਰੋਂ ਵੈਲੋਸਿਟੀ ਨਿਕਲ ਆਈ, ਜਦਕਿ ਇਲੈਕਟ੍ਰਿਕ ਫੀਲਡ ਦੇ ਨਾਲ ਐਕਸਲਰੇਸ਼ਨ ਦਾ ਹੈਗਾ, ਲੇਕਿਨ ਐਕਸਲਰੇਸ਼ਨ ਐਵਰੇਜ 0 ਹੈ ਡਿਊ ਟੂ ਰੈਂਡਮ ਮੋਸ਼ਨ ਆਫ ਦੀ ਇਲੈਕਟ੍ਰੋਨ। ਨਾउ the second discussion was करंट ਜਿਹੜਾ ਹੈ drift velocity ਦੇ directly ਹੈ। current is directly proportional to drift velocity, ਪਰ drift velocity ਇਲੈਕਟ੍ਰੋਨ ਦੀ ਬਹੁਤ ਸਮਾਲ ਹੁੰਦੀ ਹੈ, 10⁻⁻⁴ ਮੀਟਰ ਪਰ ਸੈਕਿੰਡ। ਜੇ ਸੈਂਟੀਮੀਟਰ ਚ ਗੱਲ ਕਰਦੇ ਆ ਤੇ 0.1 ਸੈਂਟੀਮੀਟਰ ਪਰ ਸੈਕਿੰਡ ਤੋਂ ਲੈ ਕੇ 1 ਸੈਂਟੀਮੀਟਰ ਪਰ ਸੈਕਿੰਡ ਤੱਕ ਹੁੰਦੀ ਹੈ। ਡ੍ਰਿਫਟ ਸਪੀਡ ਇਲੈਕਟ੍ਰੋਨ ਦੀ ਡ੍ਰਿਫਟ ਵੈਲੋਸਿਟੀ ਇੰਨੀ ਘੱਟ ਹੈ, ਪਰ ਕੁਐਸਚਨ ਆਇਆ ਕਿ ਜਦੋਂ ਅਸੀਂ ਸਵਿਚ ਔਨ ਕਰਦੇ ਆ, ਸਵਿਚ ਔਨ ਕਰਨ ਦੇ ਨਾਲ ਇੱਕਦਮ ਜਿਹੜਾ ਹੈ ਬਲਬ ਉਹ ਗਲੋ ਕਰਨਾ ਸ਼ੁਰੂ ਕਰਦਾ ਹੈ, ਇੱਕਦਮ ਲਾਈਟ ਅਪ ਹੋ ਜਾਂਦਾ ਹੈ, ਇੱਕਦਮ ਕਰੰਟ ਬਹੁਤ ਦੂਰ ਤੱਕ ਪਹੁੰਚ ਜਾਂਦਾ ਹੈ। ਸਵਿਚ ਔਨ ਕਰਨ ਦੀ ਦੇਰ ਹੈ ਤੇ ਦੇਖੋਗੇ ਕਰੰਟ ਇੱਕਦਮ ਦੂਰ ਤੱਕ ਚਲਾ ਗਿਆ। ਜਦਕਿ ਡ੍ਰਿਫਟ ਵੈਲੋਸਿਟੀ ਘੱਟ ਹੋਵੇ ਤੇ ਕਰੰਟ ਤੇ ਡ੍ਰਿਫਟ ਵੈਲੋਸਿਟੀ ਦੇ ਉੱਪਰ ਹੀ ਡਿਪੈਂਡ ਕਰ ਰਿਹਾ। ਇਸ ਫਾਰਮੂਲੇ ਦੇ ਅਕੋਰਡਿੰਗ ਚੱਲੀਏ ਤੇ ਕਰੰਟ ਜਿਹੜਾ ਹੈ ਡ੍ਰਿਫਟ ਵੈਲੋਸਿਟੀ ਤੇ ਡਿਪੈਂਡ ਕਰਦਾ ਹੈ। ਜੇ ਡ੍ਰਿਫਟ ਘੱਟ ਹੈ ਤੇ ਕਰੰਟ ਜਿਹੜਾ ਹੈ ਉਹ ਵੀ ਘੱਟ ਆਉਣਾ ਚਾਹੀਦਾ, ਪਰ ਲੇਕਿਨ ਡ੍ਰਿਫਟ ਵੈਲੋਸਿਟੀ ਘੱਟ ਹੋਣ ਦੇ ਬਾਵਜੂਦ ਵੀ ਕਰੰਟ ਇੱਕਦਮ ਇਨਸਟੈਂਟਲੀ ਜਿਹੜਾ ਹੈ ਇੱਕ ਐਂਡ ਤੋਂ ਦੂਸਰੇ ਐਂਡ ਤੇ ਪਹੁੰਚ ਜਾਂਦਾ ਹੈ। ਇਹਦਾ ਕਾਰਨ ਕਿ ਜਦੋਂ ਵੀ ਅਸੀਂ ਸਰਕਟ ਨੂੰ ਕਲੋਜ਼ ਕਰਦੇ ਹਾਂ, ਜਦੋਂ ਅਸੀਂ ਵਿੱਚ ਕੀ ਪਾਤੀ ਸਰਕਟ ਕਲੋਜ਼ ਕਰ ਦਿੰਦੇ ਆ, ਉਦੋਂ ਇੱਕਦਮ ਜਿਹੜਾ ਹੈ ਇਲੈਕਟ੍ਰਿਕ ਇੰਪਲਸ ਕ੍ਰੀਏਟ ਹੁੰਦੀ ਹੈ। ਇੱਥੇ ਮੈਂ ਹੁਣੇ ਗੱਲ ਕੀਤੀ, ਇੱਕਦਮ ਇਲੈਕਟ੍ਰਿਕ ਇੰਪਲਸ ਜਿਹੜੀ ਹੈ ਕ੍ਰੀਏਟ ਹੁੰਦੀ ਹੈ ਪੂਰੇ ਕੰਡਕਟਰ ਦੇ ਵਿੱਚ ਵਿਦ ਦ ਸਪੀਡ ਆਫ ਲਾਈਟ। ਪੂਰੇ ਕੰਡਕਟਰ ਦੇ ਵਿੱਚ ਇਲੈਕਟ੍ਰਿਕ ਇੰਪਲਸ ਜਿਹੜੀ ਹੈ ਸਪੀਡ ਆਫ ਲਾਈਟ ਦੇ ਨਾਲ ਕ੍ਰੀਏਟ ਹੋ ਜਾਂਦੀ ਹੈ। ਹਰ ਇੱਕ ਜਗ੍ਹਾ ਦੇ ਉੱਤੇ ਇਲੈਕਟ੍ਰਿਕ ਫੀਲਡ ਜਿਹੜਾ ਹੈ ਅੰਦਰ ਕ੍ਰੀਏਟ ਹੁੰਦਾ ਹੈ, ਜਿਹਦੇ ਕਰਕੇ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੇ ਇਲੈਕਟ੍ਰੋਨਸ ਨੇ ਉਹਨਾਂ ਦੇ ਉੱਪਰ ਜਿਹੜੀ ਹੈ ਫੋਰਸ ਲੱਗਦੀ ਹੈ ਐਂਡ ਦੇ ਸਟਾਰਟ ਮੂਵਿੰਗ, ਦੇ ਗੈਟ ਡ੍ਰਿਫਟਡ। ਉਹ ਸਾਰੇ ਇਲੈਕਟ੍ਰੋਨ ਡ੍ਰਿਫਟ ਹੁੰਦੇ ਆ। ਹੁਣ ਬਲਬ ਜਿਹੜਾ ਜਗਦਾ ਉਹਨੂੰ ਆ ਨਹੀਂ ਵੇਟ ਕਰਨਾ ਪਏਗਾ ਕਿ ਇਸ ਐਂਡ ਤੋਂ ਇਲੈਕਟ੍ਰੋਨ ਇੱਥੇ ਪਹੁੰਚੇ। ਹਰ ਇੱਕ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਹੋਣ ਕਰਕੇ, ਹਰ ਜਗ੍ਹਾ ਤੇ ਅੰਦਰ ਇਲੈਕਟ੍ਰੋਨ ਡੈਂਸਿਟੀ ਹੋਣ ਕਰਕੇ ਸਾਰੇ ਇਲੈਕਟ੍ਰੋਨ ਜਿਹੜੇ ਨੇ ਉਹ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇੱਕਦਮ ਜਿਹੜਾ ਹੈ ਉਹ ਜਿਹੜਾ ਬਲਬ ਜਿਹੜਾ ਉਹ ਗਲੋ ਕਰ ਜਾਂਦਾ ਹੈ। ਇਹਦਾ ਮਤਲਬ ਹੈ ਕਿ ਬਲਬ ਨੂੰ ਵੇਟ ਨਹੀਂ ਕਰਨਾ ਪੈਂਦਾ ਕਿ ਇੱਕ ਇਲੈਕਟ੍ਰੋਨ ਜਿਹੜਾ ਇੱਕ ਐਂਡ ਤੋਂ ਦੂਜੇ ਐਂਡ ਤੇ ਜਾਏ। ਦਰਅਸਲ ਅੰਦਰ ਬਹੁਤ ਜ਼ਿਆਦਾ ਨੰਬਰ ਡੈਂਸਿਟੀ ਹੈ ਇਲੈਕਟ੍ਰੋਨ ਦੀ। ਹਰ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਜਿਹੜਾ ਕ੍ਰੀਏਟ ਹੋਣ ਕਰਕੇ ਸਾਰੇ ਇਲੈਕਟ੍ਰੋਨ ਜਿਹੜੇ ਨੇ ਉਹ ਮੂਵ ਕਰ ਜਾਂਦੇ ਆ, ਇਸ ਕਰਕੇ ਉਹ ਇਨਸਟੈਂਟਲੀ ਜਿਹੜਾ ਹੈ ਉਹ ਕਰੰਟ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉਹ ਪਹੁੰਚ ਜਾਂਦਾ ਹੈ। ਨਾਓ ਦ ਨੈਕਸਟ ਵਨ ਇਜ਼ ਚਾਰਜ ਇਲੈਕਟ੍ਰੋਨ ਦੇ ਉੱਤੇ ਬਹੁਤ ਸਮਾਲ ਹੈ, 1.6 into 10⁻⁻19 ਕੂਲਮ। ਇਲੈਕਟ੍ਰੋਨ ਦਾ ਚਾਰਜ ਬਹੁਤ ਘੱਟ ਹੈ, ਪਰ ਫਿਰ ਵੀ ਡ੍ਰਿਫਟ ਵੀ ਘੱਟ ਹੈ, ਇਲੈਕਟ੍ਰੋਨ ਦਾ ਚਾਰਜ ਵੀ ਘੱਟ ਹੈ, ਪਰ ਕਰੰਟ ਇੰਨਾ ਜ਼ਿਆਦਾ ਕਿਉਂ ਆ ਜਾਂਦਾ ਹੈ? ਪਹਿਲਾ ਕੁਐਸਚਨ ਸੀ ਕਿ ਡ੍ਰਿਫਟ ਘੱਟ ਹੈ ਤੇ ਕਰੰਟ ਇੱਕਦਮ ਇੰਨੀ ਦੂਰ ਬੜੀ ਫਾਸਟ ਕਿਵੇਂ ਪਹੁੰਚ ਜਾਂਦਾ ਹੈ। ਹੁਣ ਕੁਐਸਚਨ ਕੀ ਹੈ? ਡ੍ਰਿਫਟ ਘੱਟ ਹੈ, ਇਲੈਕਟ੍ਰੋਨ ਦੇ ਉੱਤੇ ਚਾਰਜ ਦੀ ਵੈਲਿਊ ਵੀ ਬੜੀ ਘੱਟ ਹੈ, ਪਰ ਕਰੰਟ ਇੰਨਾ ਜ਼ਿਆਦਾ ਕ੍ਰੀਏਟ ਕਿਵੇਂ ਹੋ ਜਾਂਦਾ ਹੈ? ਉਹਦਾ ਕਾਰਨ ਹੈ ਸਾਡੇ ਕੋਲ ਵਿੱਚ n ਲੱਗਾ, ਦੇਖੋ ਆਹ ਵਾਲਾ n। ਅਸੀਂ ਕੱਲ ਪੜਿਆ ਸੀ ਕਿ n ਜਿਹੜਾ ਹੈ ਨੰਬਰ ਡੈਂਸਿਟੀ, ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ। ਸਾਡਾ ਜਿਹੜਾ ਨੰਬਰ ਡੈਂਸਿਟੀ ਆਫ ਇਲੈਕਟ੍ਰੋਨ ਹੈ ਉਹਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ। ਕਿਸੇ ਵੀ ਕੰਡਕਟਰ ਵਿੱਚ 1 ਯੂਨਿਟ ਵੋਲਿਊਮ ਦੇ ਵਿੱਚ ਨੰਬਰ ਡੈਂਸਿਟੀ ਆਫ ਇਲੈਕਟ੍ਰੋਨ ਇਜ਼ ਵੈਰੀ ਵੈਰੀ ਹਾਈ। ਇਸ ਨੰਬਰ ਡੈਂਸਿਟੀ ਜ਼ਿਆਦਾ ਹੋਣ ਕਰਕੇ ਸਾਡੇ ਕੋਲ ਇਲੈਕਟ੍ਰੋਨ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਸਾਡੇ ਕੋਲ ਫਿਰ ਚਾਰਜ ਦੇ ਨਾਲ ਇਹਨੂੰ ਜਦੋਂ ਮਲਟੀਪਲਾਈ ਕਰਦੇ ਆ ਸਾਡਾ ਫਿਰ ਕਰੰਟ ਇੱਕਦਮ ਜਿਹੜਾ ਹੈ ਉਹ ਜ਼ਿਆਦਾ ਆਉਂਦਾ ਹੈ। ਨਾਓ ਕਿਹੜੇ ਕੁਐਸਚਨ ਅਸੀਂ ਡਿਸਕਸ ਕੀਤੇ? ਇੱਕ ਕੁਐਸਚਨ ਅਸੀਂ ਡਿਸਕਸ ਕੀਤਾ ਕਿ ਜਦੋਂ ਵੀ ਫੋਰਸ ਲੱਗਦੀ ਹੈ ਤੇ ਐਕਸਲਰੇਸ਼ਨ ਆਣੀ ਚਾਹੀਦੀ ਹੈ, ਪਰ ਅਸੀਂ ਵੇਖਿਆ ਕਿ ਡ੍ਰਿਫਟ ਵੈਲੋਸਿਟੀ ਤੇ ਅੱਗੇ ਇਲੈਕਟ੍ਰਿਕ ਫੀਲਡ ਆ ਰਿਹਾ ਹੈ। ਇਹ ਕੀ ਕਾਰਨ ਹੈ ਕਿ ਜਦੋਂ ਇਲੈਕਟ੍ਰੋਨ ਮੂਵ ਕਰਦਾ ਹੈ ਉਦੋਂ ਉਹਦੀ ਕੋਲੀਜ਼ਨ ਹੁੰਦੀ ਹੈ, ਫਿਰ ਉਹ ਦੁਬਾਰਾ ਮੂਵ ਕਰਦਾ ਹੈ, ਕੋਲੀਜ਼ਨ ਹੁੰਦੀ ਹੈ, ਵੈਲੋਸਿਟੀ ਜਿਹੜੀ ਹੈ ਉਹ ਲੌਸ ਕਰ ਦਿੰਦਾ ਹੈ ਤੇ ਹੌਲੀ ਹੌਲੀ ਕਰਕੇ ਉਹ ਮੂਵ ਕਰਦਾ ਤਾਂ ਉਹਦੀ ਐਕਸਲਰੇਸ਼ਨ ਨਹੀਂ ਹੋ ਪਾਉਂਦੀ, ਉਹਦੀ ਐਵਰੇਜ ਐਕਸਲਰੇਸ਼ਨ ਜਿਹੜੀ ਉਹ 0 ਆਉਂਦੀ ਹੈ।
दूसरी डिस्कशन आ हुई कि ड्रिफ्ट घट होने दे करके करंट ज्यादा एकदम छेती क्यों पहुंच गया। कारण ये सारा काम इलैक्ट्रिक फील्ड का है, जिहड़ा इलैक्ट्रिक फील्ड अंदर पूरे कंडक्टर च क्रिएट हो जाता है विद स्पीड ऑफ लाइट। इन्नी तेज क्रिएट होता है कि हर जगह ते इलैक्ट्रॉन की जिहड़ी है ड्रिफ्ट कर देता है। उस तो बाद साडे कोल नैक्सट जिहड़ी डिस्कशन की है कि साडे कोल चार्ज भी घट है इलैक्ट्रॉन के उत्ते ते ड्रिफ्ट वेलोसिटी भी घट है, तो करंट ज्यादा क्यों आंदा है। उसका कारण है कि नंबर डेंसिटी बहुत ज्यादा है। नाउ द नेक्स्ट क्वेश्चन इज ਜਿਹੜੀ ਵਾਇਰ ਦੇ ਵਿੱਚ ਕਰੰਟ ਫਲੋ ਕਰ ਰਿਹਾ ਕੀ ਉਹ ਚਾਰਜਡ ਹੁੰਦੀ ਹੈ। ਜਿਸ ਵਾਇਰ ਵਿੱਚ ਕਰੰਟ ਫਲੋ ਕਰ ਰਿਹਾ ਹੈ ਵੈਦਰ ਦਾ ਵਾਇਰ ਇਜ਼ ਚਾਰਜਡ ਔਰ ਨਾਟ, ਉਹ ਵਾਇਰ ਜਿਹੜੀ ਹੈ ਚਾਰਜਡ ਨਹੀਂ ਹੁੰਦੀ। ਜਦੋਂ ਕਰੰਟ ਫਲੋ ਕਰਦਾ ਹੈ ਇਹਦਾ ਮਤਲਬ ਹੈ ਕਿ ਇਲੈਕਟ੍ਰੋਨ ਮੂਵ ਕਰ ਰਹੇ ਹਨ। ਜਿੰਨੇ ਇਲੈਕਟ੍ਰੋਨ ਇੱਕ ਐਂਡ ਥਾਣੀ ਜਿਹੜੀ ਹੈ ਵਾਇਰ ਵਿੱਚ ਐਂਟਰ ਕਰਦੇ ਆ ਉਸੇ ਟਾਈਮ ਦੇ ਉੱਤੇ ਦੂਸਰੇ ਐਂਡ ਥਾਣੀ ਉਹਨੇ ਹੀ ਇਲੈਕਟ੍ਰੋਨ ਵਿੱਚੋਂ ਨਿਕਲ ਜਾਂਦੇ ਆ। ਨੰਬਰ ਡੈਂਸਿਟੀ ਜਿਹੜੀ ਹੈ ਉਹ ਸੇਮ ਰਹਿੰਦੀ ਹੈ। ਇਸ ਕਰਕੇ ਜਿਹੜਾ ਹੈ ਵਾਇਰ ਉੱਪਰ ਜਿਹੜਾ ਚਾਰਜ ਕ੍ਰੀਏਟ ਨਹੀਂ ਹੁੰਦਾ, ਜਿੰਨੇ ਐਂਟਰ ਕੀਤੇ ਉਹਨੇ ਵਿੱਚੋਂ ਲੀਵ ਕਰ ਦਿੰਦੇ ਆ। ਇਸ ਕਰਕੇ ਜਿਹੜੀ ਕਰੰਟ ਕੈਰਿੰਗ ਵਾਇਰ ਹੈ ਉਹ ਚਾਰਜਡ ਨਹੀਂ ਹੁੰਦੀ। ਇਸ ਤਰ੍ਹਾਂ ਇੱਕ ਕੁਐਸਚਨ ਹੋਰ ਆਉਂਦਾ ਹੈ ਕਿ ਜੇ ਇਲੈਕਟ੍ਰੋਨ ਮੂਵ ਕਰਦੇ ਆ ਵਾਇਰ ਵਿੱਚੋਂ ਤੇ ਇਸ ਤਰ੍ਹਾਂ ਤੇ ਵਾਇਰ ਵਿੱਚ ਇਲੈਕਟ੍ਰੋਨ ਮੂਵ ਕਰਦੇ ਜਾਣਗੇ, ਇਹਦਾ ਮਤਲਬ ਕਿ ਵਾਇਰ ਦੇ ਅੰਦਰ ਇਲੈਕਟ੍ਰੋਨ ਦੀ ਜਿਹੜੀ ਹੈ ਡੈਂਸਿਟੀ ਘਟਦੀ ਜਾਏਗੀ? ਨਹੀਂ। ਜਿੰਨੇ ਇਲੈਕਟ੍ਰੋਨ ਇੱਕ ਐਂਡ ਥਾਣੀ ਐਂਟਰ ਕਰਦੇ ਆ ਓਨੇ ਹੀ ਇਲੈਕਟ੍ਰੋਨ ਦੂਸਰੇ ਐਂਡ ਥਾਣੀ ਵਿੱਚੋਂ ਬਾਹਰ ਨਿਕਲ ਜਾਂਦੇ ਆ। ਉਹਨਾਂ ਦੀ ਅੰਦਰ ਜਿਹੜੀ ਹੈ ਡੈਂਸਿਟੀ ਹੈ ਨੰਬਰ ਡੈਂਸਿਟੀ ਆਲਵੇਜ਼ ਰਿਮੇਨਸ ਦਾ ਸੇਮ। ਨਾਓ ਨੈਕਸਟ ਕੁਐਸਚਨ ਇਜ਼ ਮੰਨ ਲਓ ਕਿ ਪ੍ਰੋਟੋਨ ਜਿਹੜਾ ਹੈ ਕਿਸੇ ਕੰਡਕਟਰ ਦੇ ਵਿੱਚ ਮੂਵ ਕਰ ਰਹੇ ਨੇ, ਉਹਨਾਂ ਦੀ ਡਾਇਰੈਕਸ਼ਨ ਹੈ ਮੰਨ ਲਓ ਈਸਟ ਟੂ ਵੈਸਟ, ਜਿਹੜਾ ਪੋਜ਼ਿਟਿਵ ਚਾਰਜ ਮੂਵ ਕਰ ਰਿਹਾ। ਨਾਓ ਕੁਐਸਚਨ ਇਜ਼ what will be the direction of current? ਕਰੰਟ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ? ਸਾਨੂੰ ਪਤਾ ਹੈ ਕਿ ਕਰੰਟ ਦੀ ਡਾਇਰੈਕਸ਼ਨ ਉਧਰ ਨੂੰ ਲੈਂਦੇ ਆ ਜਿੱਧਰ ਨੂੰ ਪੋਜ਼ਿਟਿਵ ਚਾਰਜ ਮੂਵ ਕਰਦਾ ਹੈ, ਜਾਂ ਅਸੀਂ ਕਹਿੰਦੇ ਆ ਕਿ ਜਿੱਧਰ ਨੂੰ ਇਲੈਕਟ੍ਰੋਨ ਮੂਵ ਕਰਦੇ ਆ ਉਹਦੇ ਆਪੋਜ਼ਿਟ ਸਾਡਾ ਜਿਹੜਾ ਹੈ ਉਹ ਕਰੰਟ ਹੁੰਦਾ ਹੈ। ਜੇ ਇਲੈਕਟ੍ਰੋਨ ਮੰਨ ਲਓ ਈਸਟ ਟੂ ਵੈਸਟ ਹੈ ਤੇ ਕਰੰਟ ਇਹੀ ਕਹਿੰਦੇ ਆ ਵੈਸਟ ਟੂ ਈਸਟ। ਪਰ ਇੱਥੇ ਪ੍ਰੋਟੋਨ ਦੀ ਗੱਲ ਕਰ ਰਹੇ ਆ। ਪ੍ਰੋਟੋਨ ਦੇ ਪੋਜ਼ਿਟਿਵ ਚਾਰਜ ਹੈ, ਜਿੱਧਰ ਨੂੰ ਪੋਜ਼ਿਟਿਵ ਚਾਰਜ ਜਾਂਦਾ ਹੈ ਉਧਰ ਹੀ ਸਾਡੀ ਜਿਹੜੀ ਹੈ ਕਰੰਟ ਦੀ ਡਾਇਰੈਕਸ਼ਨ ਹੁੰਦੀ ਹੈ। ਇਹਦਾ ਮਤਲਬ ਜੇ ਪ੍ਰੋਟੋਨ ਜਿਹੜੇ ਨੇ ਮੂਵ ਕਰ ਰਹੇ ਨੇ ਈਸਟ ਟੂ ਵੈਸਟ, then the current will also flow from east to west. Now the next problem is that suppose we have a conductor of different area of cross section। मान लो साढ़े को एक कंडक्टर है जिदा एरिया ऑफ क्रॉस सेक्शन जिहड़ा है वो सेम नहीं है, इथे घट है, इथे एरिया ऑफ क्रॉस सेक्शन साड़ा देखो ज्यादा हो गया। नाउ इस कंडक्टर दे विचों जिहड़ा है कांस्टेंट करंट फ्लो करदा है, मान लो स्टैडी करंट फ्लो कर रहा है आई। नाउ इन्हां तिन्नां दे विचों दसना है ਕਿਹੜੀ ਚੀਜ਼ ਜਿਹੜੀ ਹੈ ਉਹ ਕਾਂਸਟੈਂਟ ਰਹੇਗੀ। when the steady current is flowing through the conductor of different area of cross section, then current density, drift velocity and electric field whether they will change or not। ਅਸੀਂ ਦੇਖਣਾ ਕਿ ਆ ਚੇਂਜ ਹੋਣਗੇ ਕਿ ਨਹੀਂ ਹੋਣਗੇ, ਇਹਨਾਂ ਬਾਰੇ ਜਿਹੜਾ ਹੈ ਅਸੀਂ ਜਿਹੜਾ ਉਹਨੂੰ ਅਸੀਂ ਡਿਸਕਸ ਕਰਨਾ ਹੈ। Now the first one is current density। करंट डेंसिटी बारे असी पहला डिस्कस किया कि जिहड़ी करंट डेंसिटी है ओदा जिहड़ा फॉर्मूला है साडे कोल आई नू असी एरिया दे नाल डिवाइड करदे हां। करंट डेंसिटी J इज गिवन बाय करंट पर यूनिट एरिया। जदों करंट नू एरिया नाल असी डिवाइड कर दिंदे हां साडे कोल करंट डेंसिटी आंदी है। पर इत्थे की है एरिया हर जगह ते सेम नहीं है। जिथे एरिया घट होएगा उथे करंट डेंसिटी ज्यादा आएगी, जिथे एरिया ज्यादा होएगा उथे करंट डेंसिटी घट आएगी, क्योंकि करंट डेंसिटी एरिया के ऊपर डिपेंड करती है। इसका मतलब जो एरिया चेंज होएगा तो करंट डेंसिटी जिहड़ी है साडी वो चेंज हो जाएगी। इसका मतलब पहला फैक्टर करंट डेंसिटी जिहड़ी है इट विल गेट चेंज्ड, वो चेंज हो जाएगी। नाउ द सेकंड वन इज ड्रिफ्ट वेलोसिटी।
ਡ੍ਰਿਫਟ ਵੈਲੋਸਿਟੀ ਦਾ ਅਸੀਂ ਜਿਹੜਾ ਫਾਰਮੂਲਾ ਪੜਿਆ I is equal to NEAVD। ਅਸੀਂ ਇਹ ਫਾਰਮੂਲਾ ਡਰਾਈਵ ਕੀਤਾ I is equal to NEAVD। ਕਰੰਟ ਕਾਂਸਟੈਂਟ ਗਿਵਨ, ਕਰੰਟ ਕਾਂਸਟੈਂਟ ਹੈ। ਨੰਬਰ ਡੈਂਸਿਟੀ ਜਿਹੜੀ ਹੈ ਇਲੈਕਟ੍ਰੋਨ ਦੀ ਉਹ ਵੀ ਕਾਂਸਟੈਂਟ ਹੀ ਰਹੇਗੀ ਫॉर ਅ ਗਿਵਨ ਮਟੀਰੀਅਲ। ਚਾਰਜ ਔਨ ਇਲੈਕਟ੍ਰੋਨ ਵੀ ਸਾਡਾ ਜਿਹੜਾ ਹੈ ਉਹ ਕਾਂਸਟੈਂਟ ਹੈ। ਨਾਓ ਬਾਕੀ ਆ ਗਿਆ ਸਾਡੇ ਕੋਲ A ਤੇ D। ਨਾਓ I ਕਾਂਸਟੈਂਟ, E ਕਾਂਸਟੈਂਟ ਤੇ N ਕਾਂਸਟੈਂਟ, ਇਹਦਾ ਮਤਲਬ ਸਾਡੇ ਕੋਲ ਜਿਹੜਾ ਹੈ VAVD ਵੀ ਸਾਡੇ ਕੋਲ ਜਿਹੜਾ ਹੈ ਉਹ ਕਾਂਸਟੈਂਟ ਆਏਗਾ ਐਂਡ ਵੀ ਗੈਟ AVD ਇਕੁਅਲ ਟੂ ਕਾਂਸਟੈਂਟ। A ਨੂੰ ਅਸੀਂ ਨੀਚੇ ਲੈ ਜੰਨੇ ਆ ਤੇ VD ਜਿਹੜੀ ਹੈ ਸਾਡੇ ਕੋਲ ਆ ਗਈ ਕਾਂਸਟੈਂਟ ਡਿਵਾਈਡਡ ਬਾਈ A। ਇਹ ਚੀਜ਼ ਤੇ ਕਾਂਸਟੈਂਟ ਹੋ ਗਈ, ਇਹਦਾ ਮਤਲਬ VD ਤੇ ਏਰੀਆ ਇਨਵਰਸਲੀ, ਡ੍ਰਿਫਟ ਵੈਲੋਸਿਟੀ ਤੇ ਏਰੀਆ ਇਨਵਰਸਲੀ ਹੋ ਗਏ। ਜਿੱਥੇ ਏਰੀਆ ਆਫ ਕ੍ਰੋਸ ਸੈਕਸ਼ਨ ਜ਼ਿਆਦਾ ਆਏਗਾ ਉੱਥੇ ਡ੍ਰਿਫਟ ਵੈਲੋਸਿਟੀ ਜਿਹੜੀ ਹੈ ਉਹ ਘੱਟ ਹੋ ਜਾਏਗੀ। ਜਿੱਥੇ ਏਰੀਆ ਘੱਟ ਹੋ ਜਾਏਗਾ ਉੱਥੇ ਡ੍ਰਿਫਟ ਵੈਲੋਸਿਟੀ ਸਾਡੀ ਜ਼ਿਆਦਾ ਹੋ ਜਾਏਗੀ। ਇੱਥੇ ਏਰੀਆ ਚੇਂਜ ਹੋ ਰਿਹਾ ਹੈ, ਏਰੀਆ ਚੇਂਜ ਹੋਣ ਕਰਕੇ ਸਾਡੀ ਜਿਹੜੀ ਹੈ ਡ੍ਰਿਫਟ ਵੈਲੋਸਿਟੀ ਵੀ ਚੇਂਜ ਹੋ ਜਾਏਗੀ, ਉਹ ਵੀ ਕਾਂਸਟੈਂਟ ਨਹੀਂ ਰਹੇਗੀ। ਨਾਓ ਇਸ ਤੋਂ ਬਾਅਦ the third one is electric field। ਜੇ ਅਸੀਂ ਇਲੈਕਟ੍ਰਿਕ ਫੀਲਡ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਹੈ ਇੱਕ ਫਾਰਮੂਲਾ ਡ੍ਰਿਫਟ ਵੈਲੋਸਿਟੀ ਦਾ ਹੁਣੇ ਪੜਿਆ ਸੀ E/m into tau। ਇਸ ਫਾਰਮੂਲੇ ਦੇ ਅਕੋਰਡਿੰਗ ਜੇ ਡ੍ਰਿਫਟ ਵੈਲੋਸਿਟੀ ਚੇਂਜ ਹੋ ਰਹੀ ਹੈ, ਹੁਣੇ ਆਪਾਂ ਸਟੱਡੀ ਕੀਤਾ ਏਰੀਆ ਚੇਂਜ ਹੋ ਰਿਹਾ ਤੇ ਡ੍ਰਿਫਟ ਵੈਲੋਸਿਟੀ ਚੇਂਜ ਹੋਏਗੀ, ਤੇ ਜੇ ਡ੍ਰਿਫਟ ਵੈਲੋਸਿਟੀ ਚੇਂਜ ਹੋਏਗੀ ਤਾਂ ਸਾਡਾ ਇਲੈਕਟ੍ਰਿਕ ਫੀਲਡ ਵੀ ਜਿਹੜਾ ਹੈ ਉਹਦੇ ਉੱਤੇ ਫਰਕ ਪਏਗਾ। ਇਹਦਾ ਮਤਲਬ ਇਹਨਾਂ ਵਿੱਚੋਂ ਕੋਈ ਵੀ ਜਿਹੜਾ ਹੈ ਫੈਕਟਰ ਜਿਹੜਾ ਹੈ ਕਾਂਸਟੈਂਟ ਨਹੀਂ ਰਹੇਗਾ, ਸਿਰਫ ਤੇ ਸਿਰਫ ਕਰੰਟ ਹੀ ਹੈ ਜਿਹੜਾ ਚਾਰਜ ਫਲੋਇੰਗ ਪਰ ਯੂਨਿਟ ਟਾਈਮ ਦੇ ਅਕੋਰਡਿੰਗ ਜਿਹੜਾ ਡਿਪੈਂਡ ਕਰਦਾ ਉਹ ਕਾਂਸਟੈਂਟ। ਬਾਕੀ ਇਹ ਸਾਰੇ ਫੈਕਟਰ ਜਿਹੜੇ ਨੇ ਏਰੀਆ ਜਿਹੜਾ ਹੈ ਚੇਂਜ ਹੋਣ ਕਰਕੇ ਉਹ ਸਾਰੇ ਚੇਂਜ ਹੋ ਜਾਣਗੇ। ਨਾਓ ਇੱਕ ਟਰਮ ਹੈ ਸਾਡੇ ਕੋਲ ਨਵੀਂ, ਮੋਬਿਲਿਟੀ। ਮੋਬਿਲਿਟੀ ਜਿਹੜੀ ਹੈ ਮੋਬਾਈਲ ਤੋਂ ਬਣਿਆ ਵਰਡ ਮੋਬਿਲਿਟੀ। It is drift velocity per unit electric field। Mobility of electron is defined as drift velocity per unit electric field। एक यूनिट इलेक्ट्रिक फील्ड लगा के कितनी ड्रिफ्ट होती है, मतलब इलेक्ट्रिक फील्ड लगाया पर यूनिट, ਉਹਦੇ ਕਰਕੇ ਇਲੈਕਟ੍ਰੋਨ ਦੇ ਵਿੱਚ ਕਿੰਨੀ ਡ੍ਰਿਫਟ ਪੈਦਾ ਹੋਈ, that will be the mobility of the electron। ਨਾਓ ਮੋਬਿਲਿਟੀ ਨੂੰ ਅਸੀਂ ਮਿਊ ਨਾਲ ਲਿਖਦੇ ਹਾਂ। VD ਦੀ ਸਾਨੂੰ ਪਤਾ ਹੈ ਵੈਲਿਊ E ਡਿਵਾਈਡਡ ਬਾਈ m into tau ਡਿਵਾਈਡਡ ਬਾਈ ਸਾਡੇ ਕੋਲ ਆ ਗਿਆ ਕੈਪੀਟਲ E ਨਾ E ਕੈਂਸਲ ਐਂਡ ਮੋਬਿਲਿਟੀ ਦਾ ਜਿਹੜਾ ਫਾਰਮੂਲਾ ਆਏਗਾ E/m into tau। This is the formula for mobility because electric field ਨਾਲ electric field ਜਿਹੜਾ ਹੈ ਉਹ cancel ਹੋ ਗਿਆ। Drift velocity per unit electric field is called mobility। ਤੇ ਜੇ ਇਹਦਾ ਅਸੀਂ ਯੂਨਿਟ ਲਿਖਣਾ ਚਾਹੁੰਦੇ ਆ ਤੇ velocity ਵਾਸਤੇ ਸਾਡੇ ਕੋਲ ਮੀਟਰ ਪਰ ਸੈਕਿੰਡ, ਤੇ ਨੀਚੇ ਆ ਗਿਆ ਇਲੈਕਟ੍ਰਿਕ ਫੀਲਡ ਦਾ ਸਾਡੇ ਕੋਲ ਆ ਗਿਆ ਨਿਊਟਨ ਪਰ ਕੂਲਮ। ਸਾਡੇ ਕੋਲ ਇਹਨੂੰ ਉੱਪਰ ਲੈ ਜਾਓ, ਮੀਟਰ ਸਾਡੇ ਕੋਲ ਆ ਗਿਆ ਪਰ ਸੈਕਿੰਡ ਨਾਲ ਆ ਗਿਆ ਨਿਊਟਨ -1 ਤੇ ਸਾਡੇ ਕੋਲ ਕੂਲਮ। ਮੀਟਰ ਪਰ ਸੈਕਿੰਡ ਨਿਊਟਨ -1 ਕੂਲਮ, ਇਹ ਤੁਹਾਡੇ ਕੋਲ ਯੂਨਿਟ ਆ ਜਾਏਗਾ ਤੁਹਾਡੇ ਕੋਲ ਮੋਬਿਲਿਟੀ ਦਾ। ਤੇ ਜੇ ਇਹਦਾ ਯੂਨਿਟ ਅਸੀਂ ਵੋਲਟ ਪਰ ਮੀਟਰ ਦੇ ਅਕੋਰਡਿੰਗ ਨਿਕਾਲਦੇ ਆ, ਉੱਪਰ ਆ ਗਿਆ ਮੀਟਰ ਪਰ ਸੈਕਿੰਡ, ਇਲੈਕਟ੍ਰਿਕ ਫੀਲਡ ਦੇ ਦੋ ਯੂਨਿਟ ਨੇ, ਇਹਦੇ ਅਕੋਰਡਿੰਗ ਚਲੀਏ ਤੇ ਸਾਡੇ ਕੋਲ ਆਉਂਦਾ ਹੈ ਵੋਲਟ ਪਰ ਮੀਟਰ। ਤੇ ਮੀਟਰ ਜਿਹੜਾ ਹੈ ਉੱਪਰ ਜਾ ਕੇ ਸਾਡੇ ਕੋਲ ਆ ਗਿਆ ਮੀਟਰ ਸਕੁਅਰ ਹੋ ਜਾਏਗਾ, ਤੇ ਵੋਲਟ -1 ਤੇ ਸੈਕਿੰਡ ਸਾਡੇ ਕੋਲ -1। ਦਿਸ ਇਜ਼ ਦਾ ਯੂਨਿਟ ਆਫ ਮੋਬਿਲਿਟੀ ਵਿਚ ਇਜ਼ ਡ੍ਰਿਫਟ ਵੈਲੋਸਿਟੀ ਪਰ ਯੂਨਿਟ ਇਲੈਕਟ੍ਰਿਕ ਫੀਲਡ। ਇਲੈਕਟ੍ਰਿਕ ਫੀਲਡ ਤੋਂ ਬਿਨਾ ਡ੍ਰਿਫਟ ਨਹੀਂ ਹੋ ਸਕਦੀ। ਇਲੈਕਟ੍ਰਿਕ ਫੀਲਡ ਹੋਏਗਾ, ਹਰ ਇਲੈਕਟ੍ਰੋਨ ਦੇ ਉੱਪਰ ਫੋਰਸ ਲੱਗੇਗੀ, ਉਸ ਫੋਰਸ ਕਰਕੇ ਉਹਦੀ ਐਕਸਲੇਸ਼ਨ ਹੋਏਗੀ, ਪਰ ਉਹ ਐਕਸਲੇਸ਼ਨ ਨਹੀਂ ਹੋ ਪਾਉਂਦੀ ਕਿਉਂਕਿ ਕੋਲੀਜ਼ਨ ਹੁੰਦੀ ਹੈ। ਉਸ ਕੋਲੀਜ਼ਨ ਕਰਕੇ ਵੈਲੋਸਿਟੀ ਜਿਹੜੀ ਗੇਨ ਕਰਦਾ ਹੈ, ਲਾਸ ਕਰਦਾ ਹੈ, ਫਿਰ ਤੁਰਦਾ ਹੈ, ਫਿਰ ਗੇਨ ਕਰਦਾ ਹੈ, ਫਿਰ ਲਾਸ ਕਰਦਾ ਹੈ। ਇਸ ਤਰ੍ਹਾਂ ਹੌਲੀ ਹੌਲੀ ਉਹਦੀ ਡ੍ਰਿਫਟ ਹੋ ਜਾਂਦੀ ਹੈ।
ਨਾਓ क्वेश्चन है कि जदों तक बाहरों पोटेंशियल डिफरेंस नहीं लगाया उदों करंट जीरो क्यों है। ਜਦੋਂ ਬਾਹਰੋਂ ਪੋਟੈਂਸ਼ੀਅਲ ਡਿਫਰੈਂਸ ਅਸੀਂ ਨਹੀਂ ਲਗਾਉਂਦੇ ਉਦੋਂ ਅੰਦਰ ਰੈਂਡਮਨੈਸ ਹੈ। ਰੈਂਡਮਨੈਸ ਕਰਕੇ ਜਿਹੜੀ ਹੈ ਉਹ ਇਲੈਕਟ੍ਰੋਨ ਆਪਣੀ ਜਗ੍ਹਾ ਤੋਂ ਮੂਵ ਨਹੀਂ ਕਰ ਪਾਉਂਦਾ, ਉਹਨਾਂ ਕੋਲ ਸਿਰਫ ਥਰਮਲ ਵੈਲੋਸਿਟੀ ਹੈ ਤੇ ਐਵਰੇਜ ਥਰਮਲ ਵੈਲੋਸਿਟੀ ਸਾਰੇ ਇਲੈਕਟ੍ਰੋਨ ਦੀ ਜ਼ੀਰੋ ਹੋ ਜਾਂਦੀ ਹੈ। ਤੇ ਜਦੋਂ ਅਸੀਂ ਬਾਹਰੋਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਦੇ ਹਾਂ ਤੇ ਪੋਟੈਂਸ਼ੀਅਲ ਡਿਫਰੈਂਸ ਕਰਕੇ ਇਲੈਕਟ੍ਰਿਕ ਫੀਲਡ ਲੱਗਦਾ ਹੈ। ਨਾਓ ਕੁਐਸਚਨ ਇਜ਼ ਕਿ ਸਾਰੇ ਇਲੈਕਟ੍ਰੋਨ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਹੀ ਮੂਵ ਕਰਦੇ ਆ। ਜਦੋਂ ਇਲੈਕਟ੍ਰਿਕ ਫੀਲਡ ਲੱਗ ਗਿਆ, ਇਲੈਕਟ੍ਰਿਕ ਫੀਲਡ ਕਰਕੇ ਇੱਕ ਸਾਈਡ ਤੇ ਨੈਗੇਟਿਵ ਇੱਕ ਸਾਈਡ ਤੇ ਪੋਜ਼ਿਟਿਵ ਹੈ, ਸਾਰੇ ਇਲੈਕਟ੍ਰੋਨ ਨਾਓ ਮੂਵ ਇਨ ਦਾ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ ਨਹੀਂ। ਜਦੋਂ ਵੀ ਬਾਹਰੋਂ ਇਲੈਕਟ੍ਰਿਕ ਫੀਲਡ ਲਗਾਉਂਦੇ ਆ, ਇਲੈਕਟ੍ਰਿਕ ਫੀਲਡ ਤੋਂ ਪਹਿਲਾਂ ਇਲੈਕਟ੍ਰੋਨ ਕੋਲ ਇੱਕ ਵੈਲੋਸਿਟੀ ਸੀਗੀ ਥਰਮਲ ਵੈਲੋਸਿਟੀ। ਪਹਿਲਾਂ ਤੇ ਵੈਲੋਸਿਟੀ ਇੱਕ ਇਲੈਕਟ੍ਰੋਨ ਦੀ ਗੱਲ ਕਰੀਏ, ਉਹਦੇ ਕੋਲ ਥਰਮਲ ਵੈਲੋਸਿਟੀ ਉਹ ਜਿੱਧਰ ਨੂੰ ਮਰਜ਼ੀ ਹੋ ਸਕਦੀ ਹੈ। ਮੰਨ ਲਓ ਕਿ ਪਹਿਲਾ ਇਲੈਕਟ੍ਰੋਨ ਜਿਹੜਾ ਮੂਵ ਕਰ ਰਿਹਾ ਸੀ ਉਹਦੇ ਕੋਲ ਥਰਮਲ ਵੈਲੋਸਿਟੀ ਹੈ ਲਾਈਕ ਲੌਂਗ ਦਿਸ ਸਾਈਡ, ਦਿਸ ਇਜ਼ u1। ਜਦੋਂ ਇਲੈਕਟ੍ਰਿਕ ਫੀਲਡ ਲੱਗਾ ਉਹਦੇ ਕਰਕੇ ਇੱਕ ਵੈਲੋਸਿਟੀ ਹੋਰ ਆਉਂਦੀ ਹੈ ਜਿਹਨੂੰ ਬੋਲਦੇ ਹਾਂ ਅਸੀਂ ਡ੍ਰਿਫਟ ਵੀ ਹੁੰਦੀ ਹੈ। ਹੁਣ ਇਲੈਕਟ੍ਰੋਨ ਕੋਲ ਦੋ ਵੈਲੋਸਿਟੀਜ਼ ਨੇ। ਡ੍ਰਿਫਟ ਵੈਲੋਸਿਟੀ ਜਿਹੜੀ ਹੈ ਸੁਪਰ ਇੰਪੋਜ਼ਡ ਔਨ ਥਰਮਲ ਵੈਲੋਸਿਟੀ। ਡ੍ਰਿਫਟ ਵੈਲੋਸਿਟੀ ਜਿਹੜੀ ਹੈ ਥਰਮਲ ਵੈਲੋਸਿਟੀ ਉੱਪਰ ਸੁਪਰ ਇੰਪੋਜ਼ ਹੋ ਗਈ। ਨਾਓ ਦ ਇਲੈਕਟ੍ਰੋਨ ਵਿਲ ਮੂਵ ਟੁਵਾਰਡਸ ਦਾ ਰਿਜ਼ਲਟੈਂਟ। ਜਿੱਧਰ ਨੂੰ ਇਹਨਾਂ ਦੋਨਾਂ ਵੈਲੋਸਿਟੀ ਦਾ ਰਿਜ਼ਲਟੈਂਟ ਹੋਏਗਾ ਉਧਰ ਨੂੰ ਇਲੈਕਟ੍ਰੋਨ ਜਿਹੜਾ ਹੈ ਉਹ ਮੂਵ ਕਰਨ ਲੱਗ ਪੈਂਦਾ ਹੈ। ਇਸ ਤਰ੍ਹਾਂ ਜਿਹੜਾ ਇਲੈਕਟ੍ਰੋਨ ਜਿਹੜਾ ਹੈ ਅੰਦਰ ਮੋਸ਼ਨ ਸਟਿਲ ਥੋੜੀ ਬਹੁਤੀ ਰੈਂਡਮਨੈਸ ਰਹਿੰਦੀ ਹੈ ਲੇਕਿਨ ਫਿਰ ਵੀ ਕੋਲੀਜ਼ਨ ਕਰਕੇ ਇਲੈਕਟ੍ਰੋਨ ਜਿਹੜਾ ਇੱਕ ਐਂਡ ਤੋਂ ਦੂਜੇ ਐਂਡ ਤੱਕ ਉਹ ਪਹੁੰਚ ਜਾਂਦਾ ਹੈ। ਨਾਓ ਆਈ ਥਿੰਕ ਕਿ ਤੁਹਾਨੂੰ ਅੱਜ ਦੇ ਲੈਕਚਰ ਵਿੱਚ ਜਿਹੜੀ ਆਪਾਂ ਇੰਪੋਰਟੈਂਟ ਡਿਸਕਸ਼ਨ ਕੀਤੀ ਹੈ ਤੁਹਾਨੂੰ ਕਲੀਅਰ ਹੋਈ। ਨਾਓ ਨੈਕਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਹੈ ਸਾਡਾ ਓਮਸ ਲਾਅ, ਉਹਨੂੰ ਅਸੀਂ ਸਮਝਾਂਗੇ, ਉਹਦਾ ਗ੍ਰਾਫ ਵੀ ਸਮਝਾਂਗੇ ਤੇ ਨਾਲ ਓਮਸ ਲਾਅ ਨੂੰ ਅਸੀਂ ਡ੍ਰਿਫਟ ਵੈਲੋਸਿਟੀ ਦੀ ਨੌਲੇਜ ਤੋਂ ਡਰਾਈਵ ਵੀ ਕਰਾਂਗੇ। ਨਾਓ ਥੈਂਕ ਯੂ।